ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਹੋ, ਠੀਕ ਠਾਕ ਹੋ? ਆਸ ਕਰਦਾ ਵੀ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਖਾਲਸਾ ਜੀ ਮੈਂ ਪਹੁੰਚਿਆ ਗੁਰਦੁਆਰਾ ਸ੍ਰੀ ਭਗਾਣੀ ਸਾਹਿਬ। ਆਓ ਤੁਹਾਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਜਿਹੜੇ ਦਰਸ਼ਨ ਕਰਾਵਾਂਗੇ। ਸਿੰਘ ਸਾਹਿਬ, ਮੈਂ ਖਾਲਸਾ ਜੀ ਸੰਗਤ ਜੀ, ਮੈਂ ਇਸ ਵਕਤ ਗੁਰਦੁਆਰਾ ਸ੍ਰੀ ਭਗਾਣੀ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਆਇਆ ਹਾਂ। ਸ਼ਲੋਕ ਲਿਖਿਆ, ਪਹਿਲਾ ਧਰਮ ਯੁੱਧ ਸਥਾਨ, ਉਹ ਬਾਅਦ 'ਚ ਪੜਾਂਗਾ। ਪਹਿਲਾ ਧਰਮ ਯੁੱਧ ਸਥਾਨ ਪਾਤਸ਼ਾਹੀ ਦਸਵੀਂ ਸਨ 1686। ਤੁਸੀਂ ਦਰਸ਼ਨ ਕਰ ਸਕਦੇ ਹੋ, ਇਹ ਲਿਖਿਆ ਹੋਇਆ ਹੈ। ਤੇ ਇਹ ਸਿੰਘ ਸਾਹਿਬ ਇੱਧਰ ਵੀ ਅਤੇ ਇੱਧਰ ਵੀ ਨਿਹੰਗ ਸਿੰਘ ਘੋੜਿਆਂ ਦੇ ਨਾਲ ਖੜ੍ਹੇ ਨੇ। ਤੁਸੀਂ ਦਰਸ਼ਨ ਕਰੋ ਜੀ ਗੁਰਦੁਆਰਾ ਭਗਾਣੀ ਸਾਹਿਬ। ਆਓ ਪਹਿਲਾਂ ਆਪਾਂ ਅੰਦਰ ਤੁਹਾਨੂੰ ਦਰਸ਼ਨ ਕਰਾਈਏ। ਅੰਦਰ ਜਾਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੱਥਾ ਟੇਕਣ ਤੋਂ ਪਹਿਲਾਂ ਆਪਾਂ ਪਹਿਲਾਂ ਗੁਰਦੁਆਰਾ ਸਾਹਿਬ ਜੀ ਦੇ ਨਿਸ਼ਾਨ ਸਾਹਿਬ ਜੀ ਨੂੰ ਮੱਥਾ ਟੇਕ ਲਈਏ ਜੀ। ਗੁਰੂ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ। ਚਲੋ ਪਹਿਲਾਂ ਆਪਾਂ ਨਿਸ਼ਾਨ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਜੀ। ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਪੀਰ ਬੁੱਧੂ ਸ਼ਾਹ ਦੀਵਾਨ ਹਾਲ ਹੈ ਜੀ, ਗੁਰਦੁਆਰਾ ਭੰਗਾਣੀ ਸਾਹਿਬ, ਹਿਮਾਚਲ ਪ੍ਰਦੇਸ਼, ਡਿਸਟ੍ਰਿਕਟ ਸਿਰਮੌਰ। ਤੇ ਆਓ ਆਪਾਂ ਇੱਧਰ ਚੱਲਦੇ ਹਾਂ ਜੀ। ਤੇ ਇੱਧਰ ਇਹਨਾਂ ਨੇ ਲਿਖਿਆ ਹੋਇਆ ਮਹਾਰਾਜ ਜੀ ਦੀ ਪੁਰਾਤਨ ਨਿਸ਼ਾਨੀ ਜਾਮਣ ਦਾ ਦਰਖਤ ਇੱਧਰ ਹੈ ਜੀ। ਚਲੋ ਆਪਾਂ ਇੱਧਰ ਵੀ ਦੇਖਦੇ ਹਾਂ, ਜਿਹੜਾ ਦਰਖਤ ਆ ਉੱਧਰ ਦਰਸ਼ਨ ਕਰਕੇ ਆਉਂਦੇ ਹਾਂ ਜੀ। ਸੰਗਤ ਜੀ, ਇਹ ਪਵਿੱਤਰ ਸਥਾਨ ਦਸਮ ਪਿਤਾ ਜੀ ਦਾ ਘੋੜਾ ਵਿਸ਼ਰਾਮ ਕਰਦਾ ਸੀ। ਇਹ ਜਾਮਣ ਦਾ ਕਿਲ੍ਹਾ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਅੱਜ ਬੂਟੇ ਦੇ ਰੂਪ ਵਿੱਚ ਮੌਜੂਦ ਹੈ ਜੀ। ਦਰਸ਼ਨ ਕਰੋ ਸੰਗਤ ਜੀ। ਇਹ ਜਿਹੜਾ ਜਾਮਣ ਦਾ ਦਰਖਤ ਆ, ਇਹ ਕਿਲ੍ਹਾ ਹੁੰਦਾ ਸੀ, ਬੂਟੇ ਦੇ ਰੂਪ ਵਿੱਚ ਦਰਖਤ ਬਣ ਚੁੱਕਿਆ ਹੈ। ਦਰਸ਼ਨ ਕਰੋ ਜੀ। ਦੇਖ ਤੇ ਫਤਿਹ ਪੰਥ ਕੀ ਜੀਤ। ਇਸ ਪਵਿੱਤਰ ਸਥਾਨ 'ਤੇ ਦਸ਼ਮੇਸ਼ ਪਿਤਾ ਜੀ ਦਾ ਘੋੜਾ ਜਿਹੜਾ ਸੀ ਉਹ ਵਿਸ਼ਰਾਮ ਕਰਦਾ ਹੁੰਦਾ ਸੀ। ਇਹ ਜਾਮਣ ਦਾ ਕਿਲ੍ਹਾ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਅੱਜ ਬੂਟੇ ਦੇ ਰੂਪ ਵਿੱਚ ਮੌਜੂਦ ਹੈ। ਗੁਰੂ ਜੀ ਨੇ ਇੱਥੇ ਉਸ ਪੰਕਤੀ ਨੂੰ ਸੱਚ ਕਰ ਦਿੱਤਾ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਸ਼ਟ ਹਰਿਆ। ਵਾਹਿਗੁਰੂ ਵਾਹਿਗੁਰੂ ਜੀ। ਆਓ ਆਪਾਂ ਹੁਣ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰਦੇ ਹਾਂ। ਇਹ ਉਹ ਨਿੰਮ ਸੀ ਜਿਹੜਾ ਸਾਨੂੰ ਜਾਮਣ ਦਾ ਬੂਟਾ ਬਹੁਤ ਪੁਰਾਤਨ ਹੈ ਜੀ। ਇਹ ਸੰਗਤ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ। ਨਿਸ਼ਾਨ ਸਾਹਿਬ ਝੂਲ ਰਹੇ ਨੇ। ਚਲੋ ਆਓ ਆਪਾਂ ਹੁਣ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਤਮਸਤਕ ਹੋਈਏ। ਇਹ ਜਿਹੜਾ ਗੁਰਦੁਆਰਾ ਭਗਾਣੀ ਸਾਹਿਬ ਆ ਜੀ, ਨੋਟ ਕਰੋ ਸੰਗਤ ਜੀ, ਇਹ ਗੁਰਦੁਆਰਾ ਪਾਉਂਟਾ ਸਾਹਿਬ ਤੋਂ 20-22 ਕਿਲੋਮੀਟਰ ਹੈ ਪਾਸੇ 'ਤੇ। ਇੱਥੇ ਤੁਸੀਂ ਦਰਸ਼ਨ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ, ਆਟੋ 'ਤੇ ਜਾਂ ਕਾਰ 'ਤੇ, ਜਾਂ ਆਉਂਦੇ ਰਹਿੰਦੇ ਸੰਗਤ ਇੱਧਰ, ਅਤੇ ਤੁਸੀਂ ਇੱਥੇ ਆ ਕੇ ਦਰਸ਼ਨ ਕਰ ਸਕਦੇ ਹੋ। ਇਹ ਗੁਰਦੁਆਰਾ ਭਗਾਣੀ ਸਾਹਿਬ ਪਾਤਸ਼ਾਹੀ ਦਸਵੀਂ ਅਤੇ ਮਹਾਰਾਜ ਜੀ ਦੀ ਜਿਹੜੀ ਪੁਰਾਤਨ ਨਿਸ਼ਾਨੀ ਜਾਮਣ ਦਾ ਦਰਖਤ, ਉਹ ਤੁਹਾਨੂੰ ਮੈਂ ਦਰਸ਼ਨ ਕਰਾ ਦਿੱਤਾ। ਸੰਗਤ ਜੀ, ਅੰਦਰ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਇੱਥੇ ਦੇ ਜਿਹੜਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ, ਸੰਖੇਪ ਇਤਿਹਾਸ, ਉਹਦੇ ਦਰਸ਼ਨ ਕਰਾਉਣਾ ਜੀ। ਆਓ ਗੁਰਦੁਆਰਾ ਸਾਹਿਬ ਦੇ ਆਪਾਂ ਸੰਖੇਪ ਇਤਿਹਾਸ ਦੇ ਦਰਸ਼ਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਿਗੁਰ ਪ੍ਰਸਾਦ ਪੜ੍ਹ ਕੇ ਸੰਗਤ ਜੀ ਮੈਂ ਤੁਹਾਨੂੰ ਸੁਣਾ ਰਿਹਾ।
ਗੁਰਦੁਆਰਾ ਸ੍ਰੀ ਭੰਗਾਣੀ ਸਾਹਿਬ ਪਾਤਸ਼ਾਹੀ ਦਸਵੀਂ ਸੰਖੇਪ ਇਤਿਹਾਸ। ਇਸ ਪਵਿੱਤਰ ਅਸਥਾਨ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾ ਧਰਮ ਯੁੱਧ, ਜਿਹੜਾ ਪਹਿਲਾ ਧਰਮ ਯੁੱਧ ਸੀ, ਉਹ ਫਤਿਹ ਕੀਤਾ ਜੀ 18 ਵਿਸਾਖ 1746 ਈਸਵੀ ਨੂੰ। ਗੁਰੂ ਜੀ ਦੀ ਤਰਫ ਤੋਂ ਸੈਨਾਪਤੀ ਨੰਦ ਚੰਦ, ਬੀਬੀ ਬੀਰੋ ਜੀ ਦੇ ਪੰਜੇ ਪੁੱਤਰ ਸੰਗੇ ਸ਼ਾਹ, ਜੀਤਮਲ, ਗੰਗਾ ਰਾਮ, ਮਾਰੀ ਚੰਦ, ਗੁਲਾਬ ਚੰਦ, ਕਿਰਪਾਲ ਦਾਸ, ਉਦਾਸੀ, ਪੀਰ ਬੁੱਧੂ ਸ਼ਾਹ ਅਤੇ ਉਸਦੇ 4 ਪੁੱਤਰ, 2 ਭਰਾ ਅਤੇ 700 ਮੁਰੀਦਾਂ ਸਮੇਤ ਹਿੱਸਾ ਲਿਆ। ਰਾਜਾ ਭੀਮ ਚੰਦ ਦੀ ਉਕਸਾਹਟ ਨਾਲ ਰਾਜਾ ਫਤਿਹ ਸ਼ਾਹ ਸ੍ਰੀਨਗਰ ਗੜਵਾਲ ਦੀ ਅਗਵਾਈ ਹੇਠ ਬੇਗਿਣਤ ਫੌਜਾਂ ਸਮੇਤ ਪਹਾੜੀ ਬਾਈ ਧਾਰ ਦੇ ਰਾਜਿਆਂ ਨਾਲ ਯੁੱਧ ਹੋਇਆ। ਰਣ ਦੇ ਮੈਦਾਨ ਵਿੱਚ ਮਹੰਤ ਕਿਰਪਾਲ ਦਾਸ ਜੀ ਨੇ ਹਯਾਤ ਖਾਨ ਦਾ ਸਿਰ ਕੁੱਤਨੇ ਨਾਲ ਕੁਚਲ ਦਿੱਤਾ। ਲਾਲ ਚੰਦ ਹਲਵਾਈ ਨੇ ਵੀ ਇੱਥੇ ਆਪਣੀ ਵੀਰਤਾ ਦੇ ਜੌਹਰ ਦਿਖਾਏ। ਸੰਗੋ ਸ਼ਾਹ ਅਤੇ ਜੀਤਮਲ ਦੀ ਸ਼ਹਾਦਤ ਤੋਂ ਬਾਅਦ ਗੁਰੂ ਜੀ ਆਪਣੇ ਆਪ ਜੰਗ ਵਿੱਚ ਉਤਰ ਆਏ। ਪਹਿਲਾਂ ਰਾਜਾ ਹਰੀ ਚੰਦ ਹੰਡੂਰੀਏ ਨੇ ਗੁਰੂ ਜੀ 'ਤੇ 3 ਵਾਰ ਕੀਤੇ। ਜਦੋਂ ਤੀਜੀ ਵਾਰ ਦਾ ਤੀਰ ਗੁਰੂ ਜੀ ਦੇ ਕਮਰ ਕਸੇ ਵਿੱਚ ਥੋੜ੍ਹਾ ਜਿਹਾ ਪੇਟ ਵਿੱਚ ਲੱਗਿਆ ਤਾਂ ਵੀਰ ਰਸ ਵਿੱਚ ਗੁਰੂ ਜੀ ਨੇ ਉਚਾਰਿਆ, ਜਬੇ ਬਾਣ ਲੱਗਿਓ ਕਰ ਲੈ ਕਮਾਨ, ਤਵੇ ਤਾਕ ਬਣ ਹਰੀ ਚੰਦ ਮਾਰੇ, ਤਬੇ ਰੋਸ ਜਾਗਿਓ ਰਣ ਬਾਣ ਤਾਨ, ਹਨਿਓ ਏਕ ਜਵਾਨ ਸੰਜੋਆ ਲਤਾਰੇ। ਅਤੇ ਇੱਕ ਤੀਰ ਨਾਲ ਗੁਰੂ ਜੀ ਨੇ ਹਰੀ ਚੰਦ ਨੂੰ ਫਤਿਹ ਕੀਤਾ। ਭਈ ਜੀਤ ਮੇਰੀ ਕਿਰਪਾ ਕਾਲ ਕਰੀ, ਰਣ ਜੀਤ ਆਏ ਜਪ ਗੀਤ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਪੜ੍ਹਦਿਆਂ ਕੋਈ ਦਾਸ ਤੋਂ ਗਲਤੀ ਹੋਈ ਹੋਵੇ ਤਾਂ ਉਹਨੂੰ ਮੈਂ ਖਿਮਾ ਦਾ ਜਾਚਕ ਹਾਂ ਜੀ, ਅਤੇ ਗਲਤੀ ਮਾਫ਼ ਕਰਨਾ। ਕਈ ਵਾਰੀ ਕਈ ਅੱਖਰ ਪੜ੍ਹਨ 'ਚ ਫਰਕ ਪੈ ਜਾਂਦਾ ਜਾਂ ਅੱਗੇ ਪਿੱਛੇ ਪੜ੍ਹ ਦਿੱਤੇ ਜਾਂਦੇ ਆ, ਉਹਦੇ ਵਾਸਤੇ ਵੀ ਮੈਂ ਗਲਤੀ ਮੰਨਦਾ ਜੀ, ਮੈਨੂੰ ਮਾਫ਼ ਕਰਨਾ ਜੀ। ਆਓ ਆਪਾਂ ਅੰਦਰ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰੀਏ ਜੀ। ਮੈਂ ਤੁਹਾਨੂੰ ਹੁਣ ਸੰਖੇਪ ਇਤਿਹਾਸ ਗੁਰਦੁਆਰਾ ਸ੍ਰੀ ਭੰਗਾਣੀ ਸਾਹਿਬ ਦਾ, ਜਿਹੜੇ ਹਿੰਦੀ ਪੜ੍ਹਦੇ ਨੇ ਮੇਰੇ ਵੀਰ ਭੈਣ ਭਾਈ ਸਾਰੇ, ਉਹ ਹਿੰਦੀ ਵਿੱਚ ਵੀ ਕਲਿੱਕ ਕਰ ਲੈਣ ਅਤੇ ਹਿੰਦੀ ਵਿੱਚ ਵੀ ਤੁਸੀਂ ਇਹ ਜਿਹੜਾ ਸੰਖੇਪ ਇਤਿਹਾਸ ਹੈ ਗੁਰਦੁਆਰਾ ਸ੍ਰੀ ਭੰਗਾਣੀ ਸਾਹਿਬ ਜੀ ਦਾ ਪਾਤਸ਼ਾਹੀ ਦਸਵੀਂ, ਉਹ ਪੜ੍ਹ ਸਕਦੇ ਹੋ। ਸੰਗਤ ਜੀ, ਇਹਨੂੰ ਤੁਸੀਂ ਦੇਖ ਸਕਦੇ ਹੋ, ਇਹਨੂੰ ਕਲਿੱਕ ਕਰਕੇ ਰੱਖ ਸਕਦੇ ਹੋ। ਏਕ ਓਂਕਾਰ ਸਤਿਗੁਰ ਪ੍ਰਸਾਦ, ਇਹ ਅੱਜ ਦਾ ਜੀ ਅੰਮ੍ਰਿਤ ਵੇਲੇ ਦਾ ਫਰਮਾਨ ਆ। ਜੁਗੋ ਜੁਗ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਫਰਮਾਨ। ਸ਼ਲੋਕ ਮਹਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ, ਜਗ ਖਾਇਆ ਮਨ ਮੁਖ ਖਾਦੇ ਗੁਰ ਮੁਖ, ਉਬਰੇ ਜਿਨੀ ਸੱਚ ਨਾਮ ਚਿੱਤ ਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸੰਗਤ ਜੀ, ਆਪਾਂ ਹੁਣ ਅੰਦਰ ਚੱਲਦੇ ਹਾਂ ਅਤੇ ਤੁਹਾਨੂੰ ਗੁਰੂ ਘਰ ਜੀ ਦੇ ਦਰਸ਼ਨ ਕਰਾਉਂਦੇ ਹਾਂ ਜੀ। ਫਾਈਨਲੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਰਹੇ ਹਾਂ। ਗੁਰੂ ਸਾਹਿਬ ਅੱਗੇ ਆਪਾਂ ਸੀਸ ਨਿਵਾਵਾਂਗੇ। ਬੜੇ ਸੋਹਣੇ ਸਜੇ ਹੋਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆਂ 'ਤੇ। ਬੜੇ ਸੋਹਣਾ ਗੁਰਦੁਆਰਾ ਸਾਹਿਬ ਆ, ਤੁਸੀਂ ਦੇਖ ਸਕਦੇ ਹੋ ਸੰਗਤ ਜੀ। ਸੰਗਤਾਂ ਇੱਥੇ ਵੀ ਬੈਠੀਆਂ ਨੇ, ਤੁਸੀਂ ਦਰਸ਼ਨ ਕਰ ਸਕਦੇ। ਸੰਗਤਾਂ ਆਈ ਵੀ ਜਾਂਦੀਆਂ ਅਤੇ ਜਾਈ ਵੀ ਜਾਂਦੀਆਂ ਨੇ ਜੀ। ਵਾਹਿਗੁਰੂ, ਆਪਾਂ ਵੀ ਚਲੋ ਮੱਥਾ ਟੇਕਦੇ ਹਾਂ ਜੀ ਗੁਰੂ ਘਰ ਦੇ ਵਿੱਚ। ਵਾਹਿਗੁਰੂ ਸਭ 'ਤੇ ਕਿਰਪਾ ਕਰਿਓ। ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਭੰਗਾਣੀ ਸਾਹਿਬ ਪਾਤਸ਼ਾਹੀ ਦਸਵੀਂ ਜੀ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦਾ ਇਹ ਗੁਰਦੁਆਰਾ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਹੋ। ਇੱਥੇ ਜਿਹੜਾ ਤੁਹਾਨੂੰ ਦੱਸਿਆ ਸੀ ਭੰਗਾਣੀ ਦਾ ਯੁੱਧ ਹੋਇਆ, ਗੁਰਦੁਆਰਾ ਭੰਗਾਣੀ ਸਾਹਿਬ ਪਹਿਲਾ ਯੁੱਧ ਹੋਇਆ ਸੀ। ਆਪਾਂ ਹੁਣ ਪਰਿਕਰਮਾ ਕਰਕੇ ਚੱਲਦੇ ਹਾਂ ਅਤੇ ਇਹ ਜੋ ਸਾਹਿਬ ਦੇ ਤੁਸੀਂ ਗੁਰਦੁਆਰਾ ਸਾਹਿਬ ਭੰਗਾਣੀ ਸਾਹਿਬ ਦਰਸ਼ਨ ਕਰੋ ਜੀ।
ਸੰਗਤ ਜੀ, ਇੱਕ ਸੁੱਖ ਆਸਣ ਅਸਥਾਨ ਹੈ, ਤੁਸੀਂ ਜੋ ਦਰਸ਼ਨ ਕਰ ਰਹੇ ਹੋ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਨਗਾਰਾ ਹੈ ਗੁਰੂ ਸਾਹਿਬ ਜੀ ਦਾ। ਜਦੋਂ ਅਰਦਾਸ ਹੁੰਦੀ ਹੈ ਉਦੋਂ ਇਸ ਨਗਾਰੇ ਨੂੰ ਵਜਾਇਆ ਜਾਂਦਾ। ਤੁਸੀਂ ਮੇਰੀ ਪਿਛਲੀ ਵੀਡੀਓ ਦੇਖਿਆ ਹੋਊਗਾ ਗੁਰਦੁਆਰਾ ਪਾਉਂਟਾ ਸਾਹਿਬ, ਉੱਥੇ ਵੀ ਜਦੋਂ ਅਰਦਾਸ ਹੁੰਦੀ ਹੈ ਤੇ ਉਦੋਂ ਨਗਾਰਾ ਵਜਾਇਆ ਜਾਂਦਾ ਹੈ। ਆਓ ਇੱਧਰ ਹੁਣ ਆਪਾਂ ਖਾਲਸਾ ਜੀ ਪ੍ਰਸ਼ਾਦ ਲਵਾਂਗੇ ਤੇ ਸਿੰਘ ਸਾਹਿਬ ਮੇਰੇ ਖਿਆਲ 'ਚ ਇੱਥੇ ਦਾ ਇਤਿਹਾਸ ਸੁਣਾਉਣਗੇ। ਸਿੰਘ ਸਾਹਿਬ ਜਿਹੜਾ ਇੱਥੇ ਦਾ ਇਤਿਹਾਸ ਸੁਣਾਉਣਗੇ ਜੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਉਹ ਮਹਾਨ ਸਥਾਨ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਨੇ ਪਹਿਲਾ ਧਰਮ ਯੁੱਧ ਲੜਿਆ ਔਰ ਜਿੱਤਿਆ। ਇਹ ਧਰਮ ਯੁੱਧ 22 ਧਾਰ ਦੇ ਰਾਜੇ ਭੀਮ ਚੰਦ ਫਤਿਹ ਸ਼ਾਹ ਨਾਲ ਹੋਇਆ। ਫਤਿਹ ਸ਼ਾਹ ਜੋ ਗੁਰੂ ਘਰ ਦਾ ਬਹੁਤ ਵੱਡਾ ਪ੍ਰੇਮੀ, ਉਸਨੇ ਗੁਰੂ ਸਾਹਿਬ ਨੂੰ ਆਪਣੀ ਲੜਕੀ ਸ਼ਾਦੀ ਵਿਖੇ ਸ਼੍ਰੀਨਗਰ ਗੜਵਾਲ ਵਿਖੇ ਬੁਲਾਇਆ। ਗੁਰੂ ਸਾਹਿਬ ਜੀ ਆਪ ਤਾਂ ਨਹੀਂ ਗਏ, ਪਰ ਸਿੱਖਾਂ ਨੂੰ ਕੋਈ 1.25 ਲੱਖ ਦਾ ਸਾਜੋ ਸਮਾਨ ਗਹਿਣੇ ਵਸਤਰ ਦੇ ਕੇ ਭੇਜਿਆ। ਜੋ ਸਿੱਖਾਂ ਨੇ ਜਾ ਕੇ ਉੱਥੇ ਇੱਕ ਇੱਕ ਵਸਤ ਦਿਖਾਈ, ਸਾਰੇ ਰਾਜੇ ਦੇਖ ਕੇ ਹੈਰਾਨ ਹੋਏ ਕਿ ਇੰਨਾ ਕੀਮਤੀ ਸਮਾਨ ਤਾਂ ਕਿਸੇ ਰਾਜੇ ਮਹਾਰਾਜ ਨੇ ਦਿੱਤਾ ਜਿੰਨਾ ਗੁਰੂ ਸਾਹਿਬ ਨੇ। ਭੀਮ ਚੰਦ ਨੇ ਫਤਿਹ ਸ਼ਾਹ ਨੂੰ ਕਿਹਾ ਵੀ ਜੇ ਤੂੰ ਗੁਰੂ ਸਾਹਿਬ ਵੱਲੋਂ ਆਇਆ ਹੋਇਆ ਸਮਾਨ ਲੈਣਾ ਹੈ ਤੇ ਮੈਂ ਤੇਰੀ ਲੜਕੀ ਦੇ ਡੋਲਾ ਨਹੀਂ ਲੈ ਕੇ ਜਾਵਾਂਗਾ, ਕਿਉਂਕਿ ਭੀਮ ਚੰਦ ਗੁਰੂ ਸਾਹਿਬ ਨਾਲ ਬਹੁਤ ਈਰਖਾ ਰੱਖਦਾ ਸੀ। ਸੋ ਫਤਿਹ ਸ਼ਾਹ ਨੇ ਭੀਮ ਚੰਦ ਨੂੰ ਬਹੁਤ ਸਮਝਾਇਆ, ਪਰ ਉਹ ਨਹੀਂ ਮੰਨਿਆ। ਹਾਰ ਕੇ ਫਤਿਹ ਸ਼ਾਹ ਡੋਲ ਗਿਆ, ਸਮਾਨ ਵਾਪਸ ਹੋ ਗਿਆ, ਸਮਾਨ ਪਿੱਛੇ ਝਗੜਾ ਹੋ ਗਿਆ। ਸਿੱਖਾਂ ਨੇ ਸਾਰੀ ਵਾਰਤਾ ਗੁਰੂ ਸਾਹਿਬ ਨੂੰ ਪਾਉਂਟਾ ਸਾਹਿਬ ਆ ਕੇ ਦੱਸੀ ਔਰ ਇਹ ਵੀ ਕਿਹਾ ਕਿ ਫੌਜ ਆਈ ਜਾਣ ਸਮਝੋ, ਜੰਗ ਦੀ ਤਿਆਰੀ ਕੀਤੀ ਜਾਵੇ। ਗੁਰੂ ਸਾਹਿਬ ਨੇ ਕਿਹਾ ਪਾਉਂਟਾ ਸਾਹਿਬ ਜੰਗ ਨਾ ਕੀਤੀ ਜਾਵੇ, ਕਿਉਂਕਿ ਜਿੱਥੇ ਜੰਗ ਹੁੰਦੀ ਹੈ ਸਵਾਏ ਨੁਕਸਾਨ ਕੁਝ ਨਹੀਂ ਹੁੰਦਾ। ਇਹ ਜਗ੍ਹਾ ਜੋ ਸਾਰੀ ਜੰਗਲ ਬਿਆਵਾਨ ਸੀ ਔਰ ਫੌਜਾਂ ਨੇ ਇੱਥੋਂ ਹੀ ਨਿਕਲ ਕੇ ਪਾਉਂਟਾ ਸਾਹਿਬ ਦੀ ਜਾਣ। ਸੋ ਗੁਰੂ ਸਾਹਿਬ ਜਿਸ ਜਗ੍ਹਾ ਤੇ ਆਏ, ਇਸ ਜਗ੍ਹਾ ਤੇ ਠਹਿਰਾਵ ਕਰਿਆ। ਕੁਝ ਘੋੜੇ ਬੰਨ੍ਹਣ ਵਾਸਤੇ ਕਿੱਲੇ ਗੱਡੇ, ਜੋ ਕਿ ਇੱਕ ਬਾਅਦ ਵਿੱਚ ਹਰਾ ਹੋ ਗਿਆ। ਜਾਮਣ ਦਾ ਪੇੜ ਬਾਹਰਲੇ ਪਾਸੇ ਪ੍ਰਤੱਖ ਨਿਸ਼ਾਨੀ ਹੈ ਸਤਿਗੁਰਾਂ ਦੀ। ਪਿਛਲੇ ਪਾਸੇ ਜੋ ਗੁਰਦੁਆਰਾ ਤੀਰਗੜੀ ਸਾਹਿਬ ਹੈ, ਉੱਥੇ ਮੋਰਚੇਬੰਦੀ ਹੋ ਗਈ, ਜੰਗ ਦੀ ਤਿਆਰੀ ਹੋ ਗਈ। ਜੰਗ ਸ਼ੁਰੂ ਹੋ ਗਈ, 12 ਦਿਨ ਤੱਕ ਜੰਗ ਚੱਲਦੀ ਰਹੀ, ਪਰ 12 ਦਿਨ ਤੱਕ ਕੋਈ ਨਤੀਜਾ ਨਹੀਂ ਨਿਕਲਿਆ। ਪਰ 12 ਦਿਨ ਗੁਰੂ ਸਾਹਿਬ ਨੇ ਕੋਈ ਤੀਰ ਤਲਵਾਰ ਨਹੀਂ ਚਲਾਇਆ, ਸਗੋਂ ਨੀਲੇ 'ਤੇ ਸਵਾਰ ਹੋ ਕੇ ਉੱਚੀ ਟਿੱਬੀ ਤੋਂ ਸਾਰਾ ਨਜ਼ਾਰਾ ਦੇਖਦੇ ਰਹੇ। 13ਵੇਂ ਦਿਨ ਫਿਰ ਗੁਰੂ ਸਾਹਿਬ ਨੇ ਆਪ ਕਮਾਨ ਸੰਭਾਲੀ ਔਰ ਤੀਰ ਚਲਾਣੇ ਸ਼ੁਰੂ ਕੀਤੇ। ਗੁਰੂ ਸਾਹਿਬ ਦੇ ਤੀਰ ਅੱਗੇ ਕੋਈ ਨਹੀਂ ਟਿਕ ਸਕਿਆ। ਕਈ ਮਰੇ, ਕਈ ਫੱਟੜ ਹੋਏ, ਕਈ ਮੈਦਾਨ ਛੱਡ ਕੇ ਭੱਜ ਖਲੋਤੇ। ਪਹਾੜੀ ਰਾਜਾ ਤੋਂ ਰਾਜਾ ਹਰੀਚੰਦ ਹੰਡੂਰੀਆ, ਜੋ ਬਹੁਤ ਤਗੜਾ ਨਿਸ਼ਾਨ ਜੀ ਸੀ, ਉਸਨੇ ਦੇਖਿਆ ਵੀ ਗੁਰੂ ਸਾਹਿਬ ਤੀਰ ਚਲਾ ਰਹੇ ਹਨ ਔਰ ਸਾਡੀ ਫੌਜ ਜੋ ਹੈ ਪਿੱਛੇ ਭੱਜ ਰਹੀ ਹੈ। ਉਸਨੇ ਗੁਰੂ ਸਾਹਿਬ ਨੂੰ ਆ ਕੇ ਵੰਗਾਰਿਆ ਔਰ 3 ਤੀਰ ਚਲਾਏ। ਪਹਿਲਾ ਤੀਰ ਗੁਰੂ ਸਾਹਿਬ ਦੇ ਘੋੜੇ ਦੀ ਕਾਠੀ ਵਿੱਚ ਲੱਗਾ, ਦੂਸਰਾ ਤੀਰ ਗੁਰੂ ਸਾਹਿਬ ਦੀ ਦਸਤਾਰ ਕੋਲ ਕੰਨ ਕੋਲ ਦੀ ਛੂ ਕੇ ਚਲਾ ਗਿਆ, ਤੀਸਰਾ ਤੀਰ ਗੁਰੂ ਸਾਹਿਬ ਦੇ ਕਮਰ ਕਸੇ ਨੂੰ ਚੀੜਦਾ ਹੋਇਆ ਥੋੜਾ ਜਿਹਾ ਸਰੀਰ ਵਿੱਚ ਲੱਗ ਗਿਆ। ਸਤਿਗੁਰਾਂ ਨੇ ਉਹ ਤੀਰ ਤਾਂ ਪੱਟ ਕੇ ਪਰਾਂ ਸੁੱਟਿਆ ਔਰ ਪੰਕਤੀ ਉਚਾਰੀ, ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ। ਸਤਿਗੁਰਾਂ ਨੇ ਹਰੀਚੰਦ ਹੰਡੂਰੇ ਵੱਲ ਨਜ਼ਰ ਮਾਰੀ। ਉਸਨੇ ਆਪਣੇ ਸਾਰੇ ਸਰੀਰ ਤੋਂ ਸੰਜੋਗ ਪਹਿਨੀ ਹੁੰਦੀ ਹੈ ਜੋ ਲੋਹੇ ਦੀ ਹੁੰਦੀ ਹੈ, ਜਿਸ ਤੇ ਕੋਈ ਤੀਰ ਤਲਵਾਰ ਅਸਰ ਨਹੀਂ ਕਰਦਾ, ਔਰ ਉਸਨੂੰ ਹੰਕਾਰ ਸੀ ਮੈਨੂੰ ਕੋਈ ਮਾਰ ਨਹੀਂ ਸਕਦਾ। ਸਿਰਫ ਉਸਦਾ ਮੂੰਹ ਔਰ ਅੱਖਾਂ ਖਾਲੀ ਸਰ, ਪਰ ਗੁਰੂ ਸਾਹਿਬ ਦਾ ਨਿਸ਼ਾਨਾ ਬਹੁਤ ਤੇਜ਼ ਸੀ। ਇਤਿਹਾਸ ਦੱਸਦਾ ਹੈ ਕਿ ਗੁਰੂ ਸਾਹਿਬ ਦਾ ਨਿਸ਼ਾਨਾ ਇੰਨਾ ਤੇਜ਼ ਸੀ ਕਿ ਗੁਰੂ ਸਾਹਿਬ ਸੂਈ ਦੇ ਨੱਕੇ ਵਿੱਚੋਂ ਦੀ ਤੀਰ ਕੱਢ ਦਿੰਦੇ ਸੀ। ਸੋ ਗੁਰੂ ਸਾਹਿਬ ਨੇ ਦੇਖਿਆ ਉਹਦੇ ਮੂੰਹ ਔਰ ਅੱਖਾਂ ਖਾਲੀ ਹੈ। ਉਸ ਗੁਰੂ ਸਾਹਿਬ ਨੇ ਪਹਿਲਾ ਹੀ ਤੀਰ ਇਤਨੀ ਜ਼ੋਰ ਦੀ ਖਿੱਚ ਕੇ ਮਾਰਿਆ ਕਿ ਉਸਦੇ ਮੂੰਹ ਵਿੱਚ ਲੱਗਾ। ਮੂੰਹ ਵਿੱਚ ਤੀਰ ਲੱਗਦਿਆਂ ਸਾਰੀ ਉਹ ਗਰਦਨ ਧੜਨਾ ਅਲੱਗ ਹੋ ਗਈ। ਉਸਦੇ ਨੀਚੇ ਗਿਰਦਿਆਂ ਸਾਰ ਹੀ ਫੌਜਾਂ ਪਿੱਛੇ ਨੂੰ ਭੱਜਣੀਆਂ ਸ਼ੁਰੂ ਹੋ ਗਈਆਂ। ਭੱਜਣੇ ਕਰਕੇ ਹੀ ਜਗ੍ਹਾ ਦਾ ਨਾਮ ਭਗਾਣੀ ਸਾਹਿਬ ਪਿਆ। ਫਿਰ ਬੇੜੇ ਚੜ੍ਹਦੇ ਹੋਏ, ਜਮਨਾ ਪਾਰ ਕਰਦੇ ਹੋਏ ਆਪਸ ਵਿੱਚ ਲੜ ਪਏ। ਇਸ ਤਰ੍ਹਾਂ 13ਵੇਂ ਦਿਨ ਗੁਰੂ ਸਾਹਿਬ ਫਿਰ ਇਸ ਤੇ ਜਗ੍ਹਾ ਜੰਗ ਫਤਿਹ ਕਰਕੇ ਇਸ ਜਗ੍ਹਾ ਤੇ ਆ ਕੇ ਵਿਸ਼ਰਾਮ ਕਰਿਆ। ਸੰਗਤਾਂ ਨੇ, ਸਿੱਖਾਂ ਨੇ ਸਤਿਗੁਰਾਂ ਨੂੰ ਵਧਾਈਆਂ ਦਿੱਤੀਆਂ ਵੀ ਆਪ ਜੀ ਨੂੰ ਲੱਖ ਲੱਖ ਵਧਾਈ ਹੋਵੇ। ਆਪ ਜੀ ਨੇ ਪਹਿਲੇ ਦਿਨ ਹੀ ਜੰਗ ਲੜੀ ਔਰ ਜਿੱਤ ਲਈ। ਪਰ ਸਤਿਗੁਰਾਂ ਨੇ ਸਿੱਖਾਂ ਦੀ ਵਧਾਈ ਨਹੀਂ ਲਿੱਤੀ, ਸਗੋਂ ਫਤਿਹਨਾਮਾ ਉਚਾਰਨ ਕਰਦੇ ਹੋਏ ਆਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਫਤਿਹਨਾਮਾ ਇਸ ਜਗ੍ਹਾ ਤੇ ਉਚਾਰਿਆ ਗਿਆ। ਉਸ ਤੋਂ ਪਹਿਲੇ ਕੋਈ ਫਤਿਹਨਾਮਾ ਨਹੀਂ ਸੀ। ਉਸੇ ਦੌਰਾਨ ਹੀ ਸਤਿਗੁਰਾਂ ਨੂੰ ਪਤਾ ਲੱਗਾ ਕਿ ਪਾਉਂਟਾ ਸਾਹਿਬ ਵਿਖੇ ਵੱਡੇ ਬਾਲਕ ਨੇ ਜਨਮ ਲਿਆ ਹੈ। ਜੰਗ ਜਿੱਤਣ ਦੀ ਖੁਸ਼ੀ ਵਿੱਚ ਉਸਦਾ ਨਾਮ ਅਜੀਤ ਸਿੰਘ ਰੱਖਿਆ ਗਿਆ, ਜੋ ਕਿ ਕਿਸੇ ਤੋਂ ਜਿੱਤਿਆ ਨਾ ਜਾ ਸਕੇ। ਸੋ ਸਾਧ ਸੰਗਤ ਜੀ, ਇਹ ਸੀ ਸੰਖੇਪਕ ਇਤਿਹਾਸ। ਚਾਹ ਦਾ ਲੰਗਰ, ਗੁਰੂ ਦਾ ਲੰਗਰ, ਲੱਸੀ ਦਾ ਲੰਗਰ ਤਿਆਰ ਹੈ, ਲੰਗਰ ਛਕ ਕੇ ਜਾਓ। ਇਸ ਜਗ੍ਹਾ ਦੀ ਕਾਰ ਸੇਵਾ ਸੰਤ ਬਾਬਾ ਜੋਗਿੰਦਰ ਸਿੰਘ ਫੌਜੀ, ਸੰਤ ਬਾਬਾ ਸੁਲੱਖਣ ਸਿੰਘ ਜੀ ਨਿਭਾ ਰਹੇ ਸਨ।
ਹੁਣ ਇਸ ਸਮੇਂ ਮੌਜੂਦਾ ਸੰਤ ਬਾਬਾ ਦਿਲਬਾਗ ਸਿੰਘ ਜੀ ਸੇਵਾ ਨਿਭਾ ਰਹੇ ਹਨ। ਸੋ ਚੱਲ ਰਹੀਆਂ ਮਹਾਂਪੁਰਸ਼ਾਂ ਦੀ ਕਾਰ ਸੇਵਾ, ਜਿਸ ਮਾਈ ਭਾਈ ਨੇ ਹਿੱਸਾ ਪਾਣਾ ਹੋਵੇ, ਆਪਣੇ ਕਰ ਕਮਲਾਂ ਦੇ ਨਾਲ ਨੇਕ ਕਮਾਈ ਵਿੱਚੋਂ ਆਪਣੇ ਦਸਵੰਧ ਕੱਢ ਕੇ ਸੇਵਾ ਵਿੱਚ ਹਿੱਸਾ ਪਾ ਸਕਦੇ ਹੋ। ਯਾਤਰਾ ਕਰਦੇ ਹੋਏ ਵਾਹਿਗੁਰੂ ਵਾਹਿਗੁਰੂ ਜਪੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਨੇ ਪ੍ਰਸ਼ਾਦ ਨਹੀਂ ਲਿਆ, ਪ੍ਰਸ਼ਾਦ ਲੈ ਲਓ। ਵਾਹਿਗੁਰੂ ਜੀ, ਲੰਗਰ ਛਕ ਕੇ ਜਾਇਓ ਜੀ। ਔਰ ਜਿੱਥੇ ਹਮਾਰਾ ਸੰਗਤ ਜੀ, ਤੁਸੀਂ ਹੁਣੇ ਸਿੰਘ ਸਾਹਿਬ ਤੋਂ ਇਤਿਹਾਸ ਸੁਣਿਆ ਇੱਥੇ ਦਾ, ਗੁਰਦੁਆਰਾ ਭੰਗਾਣੀ ਸਾਹਿਬ ਦਾ। ਆਓ ਆਪਾਂ ਹੁਣ ਗੁਰੂ ਦੇ ਲੰਗਰ ਵੱਲ ਚੱਲਦੇ ਹਾਂ, ਉੱਥੇ ਲੰਗਰ ਛਕਦੇ ਹਾਂ। ਆਓ ਜੀ। ਸੰਗਤ ਜੀ, ਫਾਈਨਲੀ ਆਪਾਂ ਅੰਦਰ ਮੱਥਾ ਟੇਕ ਆਏ ਹਾਂ ਗੁਰਦੁਆਰਾ ਸਾਹਿਬ ਦੇ। ਤੁਹਾਨੂੰ ਮੈਂ ਦਰਸ਼ਨ ਕਰਾਏ ਗੁਰਦੁਆਰਾ ਭੰਗਾਣੀ ਸਾਹਿਬ। ਆਓ ਆਪਾਂ ਹੁਣ ਗੁਰੂ ਦੇ ਲੰਗਰਾਂ ਵੱਲ ਚੱਲਦੇ ਹਾਂ। ਲੰਗਰ ਦਾ ਕਹਿੰਦੇ ਪ੍ਰਸ਼ਾਦਾ ਜ਼ਰੂਰ ਛਕ ਕੇ ਜਾਓ ਜੀ। ਸਾਹਮਣੇ ਲੰਗਰ ਹਾਲ ਨੇ, ਉੱਥੇ ਆਪਾਂ ਲੰਗਰ ਛਕਾਂਗੇ ਜੀ। ਤੇ ਇਹ ਤੁਹਾਨੂੰ ਮੈਂ ਦਿਖਾਈ ਦਿੱਤਾ ਇਹ ਪੀਰ ਬੁੱਧੂ ਸ਼ਾਹ ਦੀਵਾਨ ਹਾਲ, ਗੁਰਦੁਆਰਾ ਸ੍ਰੀ ਭੰਗਾਣੀ ਸਾਹਿਬ ਪਾਤਸ਼ਾਹੀ 10ਵੀਂ ਪਹਿਲਾ ਧਰਮ ਯੁੱਧ ਅਸਥਾਨ। ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕਿਆ ਜੀ। ਪਾਤਸ਼ਾਹੀ 10ਵੀਂ ਸਨ 1686। ਸੰਗਤ ਜੀ ਸਾਹਮਣੇ ਦੇਖ ਰਹੇ ਗੁਰੂ ਦੇ ਲੰਗਰ ਨੇ ਗੁਰਦੁਆਰਾ ਭੰਗਾਣੀ ਸਾਹਿਬ। ਸਤਨਾਮ ਵਾਹਿਗੁਰੂ। ਭਾਈ ਕਨ੍ਹਈਆ ਜੀ ਪਿਆਓ, ਇਹ ਜੀ ਜਿਹੜਾ ਉੱਤੇ ਟੈਂਕ ਬਣਿਆ ਹੋਇਆ ਜੀ, ਉਹਦੇ ਉੱਤੇ ਲਿਖਿਆ ਹੋਇਆ, ਤੁਹਾਨੂੰ ਮੈਂ ਪੜ੍ਹ ਦਿੱਤਾ ਹੈ, ਭਾਈ ਕਨ੍ਹਈਆ ਜੀ ਪਿਲਾਓ। ਤੇ ਆਹ ਸਾਹਮਣੇ ਜਿਹੜੇ ਹੈਗੇ ਨੇ ਇਹ ਇਹਨਾਂ ਦੇ ਜਿਹੜੇ ਸੇਵਾਦਾਰ, ਉਹਨਾਂ ਦੇ ਕਮਰੇ ਬਣੇ ਹੋਏ ਨੇ ਉੱਪਰ ਥੱਲੇ, ਤੁਸੀਂ ਦੇਖ ਸਕਦੇ ਹੋ। ਹੈ ਕੋਈ 12-15 ਕਮਰੇ। ਤੇ ਯਾਤਰੂ ਇੱਥੇ ਵੀ ਆ ਦੇਖੋ, ਮੋਟਰਸਾਈਕਲ ਖੜੇ ਆਉਂਦੇ ਜਾਂਦੇ ਰਹਿੰਦੇ ਨੇ। ਤੇ ਆਹ ਲੰਗਰ ਹਾਲ, ਆਪਾਂ ਚੱਲਦੇ ਹਾਂ ਅੰਦਰ। ਇਹ ਦਫ਼ਤਰ ਹੈ ਜੀ ਗੁਰੂ ਸਾਹਿਬ ਦਾ, ਇੱਥੇ ਗੁਰਦੁਆਰਾ ਭੰਗਾਣੀ ਸਾਹਿਬ ਦਾ। ਬਹੁਤ ਯਾਤਰੂ ਆ ਗਏ, ਮੱਥਾ ਟੇਕ ਕੇ ਚਲੇ ਗਏ। ਇੱਥੇ ਚੱਲਦਾ ਰਹਿੰਦਾ ਸਾਰਾ ਦਿਨ ਜੀ। ਜਿਹੜੀ ਯਾਤਰੂ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਆਉਂਦੇ, ਉਹ ਇੱਥੇ ਜ਼ਰੂਰ ਹੋ ਕੇ ਜਾਂਦੇ ਨੇ, ਗੁਰਦੁਆਰਾ ਸ੍ਰੀ ਭੰਗਾਣੀ ਸਾਹਿਬ। ਸੰਗਤ ਜੀ, ਫਾਈਨਲੀ ਆਪਾਂ ਲੰਗਰ ਛਕ ਚੁੱਕੇ। ਤੇ ਆਓ ਆਪਾਂ ਹੁਣ ਆਪਣਾ ਅਗਲੇ ਗੁਰਦੁਆਰਾ ਸਾਹਿਬ ਤੁਹਾਨੂੰ ਫਿਰ ਮਿਲਾਂਗੇ। ਉਦੋਂ ਤੱਕ ਮੈਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ, ਅੱਜ ਮੈਂ ਤੁਹਾਨੂੰ ਗੁਰਦੁਆਰਾ ਸ੍ਰੀ ਭੰਗਾਣੀ ਸਾਹਿਬ ਪਾਤਸ਼ਾਹੀ 10ਵੀਂ, ਜਿੱਥੇ ਕਿ ਪਹਿਲਾ ਧਰਮ ਯੁੱਧ ਹੋਇਆ ਸੀ, ਪਾਤਸ਼ਾਹੀ 10ਵੀਂ ਜੀ ਦਾ ਇਹ ਗੁਰਦੁਆਰਾ ਸਾਹਿਬ ਹੈ। ਤੇ ਇਹ ਜਿਹੜਾ ਸੀ ਸਨ 1686 'ਚ ਹੋਇਆ ਸੀ ਜੀ, ਪਹਿਲਾ ਧਰਮ ਯੁੱਧ ਸਥਾਨ ਤੁਹਾਨੂੰ ਦੱਸਿਆ ਜੀ। ਤੇ ਇਸ ਦੇ ਨਾਲ ਹੀ ਵੀਡੀਓ ਮੈਂ ਇਹ ਇੱਥੇ ਬੰਦ ਕਰਦਾ। ਗੁਰੂ ਮਹਾਰਾਜ ਮੈਨੂੰ ਬਲ ਬਖਸ਼ਣ ਕਿ ਮੈਂ ਤੁਹਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਆ ਉਹ ਦਿਖਾਉਂਦਾ ਰਹਾਂ। ਇਹਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਔਰ ਕਮੈਂਟਸ ਵੀ ਕਰ ਦਿਆ ਕਰੋ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚੜ੍ਹਦੀ ਕਲਾ ਜੀ।